ਤੈਨੂੰ ਬਾਹਰ ਲੈ ਚੱਲਦੇ ਹਾਂ। ਤੇ ਮੈਂ ਬੇਗਮ ਦਾ ਗੁਰਦਾ ਕਢਾ ਲਿਆ, ਮੇਰੇ ਨਾਲ ਫਰਾਡ ਹੋ ਗਿਆ। ਪੈਸੇ ਵੀ ਲੈ ਕੇ ਟੁਰ ਗਿਆ, ਗੁਰਦਾ ਵੀ ਬੇਗਮ ਦਾ ਕਢਾ ਬੈਠੇ। ਅਸੀਂ ਕੁਝ ਪੈਸੇ ਅੱਗੋਂ ਪਿੱਛੋਂ ਉਧਾਰ ਵੀ ਫੜ ਲਿਆ, ਗੁਰਦਾ ਕਢਾਇਆ ਆਪਣਾ, ਉਹ ਵੀ ਨਾਲ ਇਕੱਠੇ ਕੀਤੇ। जी बिस्मिल्लाहिर्रहमानिर्रहीम। सहारा बनो के साथ मैं हूँ खान अली। तो एक मेरे ये भाई ने, मेरे वीर बैठे ने, इन्हों का नाम जफर है। जो परेशानी है, जो मजबूरी है, मैं इन्हों की जुबानी सुनावांगा। नाल इन्हों की वाइफ है, नाल इन्हों के 2 छोटे छोटे बच्चे ने। हमेशा मैं कहता रहा अपने दोस्तों नूं, वीरां नूं कहता आया वां कि यार सहारा बनो की वीडियो नूं लाजमन देखिया करो, देख के अगे लाजमन शेयर कर दिया करो। अगर तुसी किसी की मदद नहीं कर सकते कि यार वीडियो नूं शेयर कर दिया करो। ये नहीं कि मैं तुहाडे कोल फंड मंग रहा या चंदा मंग रहा। मैं हर वीडियो दे विच बोलिया कि यार मेरे नाल आके खलोवो, मेरे नाल खलोवो। मैं तस्दीक कर दियांगा कि ये भाई, ए मेरी भैन, ए दोस्त जिहड़े हकदार ने, इन्हां दी अपनी हत्थी मदद करो। अज जिहड़े जफर भाई ने, इन्हां दी जुबानी गल सुनाना वा कि मामला बनिया कि जिहड़े वीडियो दे सामने बैठे। जी अस्सलाम वालेकुम जी। वालेकुम अस्सलाम जी। जफर भाई, की मामला तुहाडे नाल ऐसा बनिया कि जिहड़ा तुसी वीडियो दे सामने आए हो? मामला भाई मजदूरी करते सां असीं, कोई खास मजदूरी नहीं सी लभदी। फिर इस तरह के एक दोस्त मिलिया सी, ਉਹ ਨਾ ਮੈਨੂੰ ਲਾਰਾ ਲਾਇਆ ਬਾਹਰ ਲੈ ਜਾਣ ਦਾ। ਉਹਨਾਂ ਕਿਹਾ ਕੋਈ 1.5 ਲੱਖ ਰੁਪਈਆ ਇਕੱਠਾ ਕਰ, ਤੈਨੂੰ ਬਾਹਰ ਲੈ ਚੱਲਦੇ ਹਾਂ। ਤੇ ਮੈਂ ਬੇਗਮ ਦਾ ਗੁਰਦਾ ਕਢਾ ਲਿਆ। ਤੇ ਪੈਸੇ ਕੋਈ 1.25 ਲੱਖ ਰੁਪਈਆ ਮੈਂ ਇਕੱਠਾ ਕਰ ਲਿਆ, ਮੈਂ ਉਹਨੂੰ ਦਿੱਤੇ। ਉਹ ਮੈਨੂੰ 10 ਦਿਨ 15 ਦਿਨ ਕਰਦਾ ਰਿਹਾ, ਮੈਂ ਅੱਜ ਆਉਣਾ, ਕੱਲ੍ਹ ਆਉਣਾ, ਪੈਸੇ ਲੈ ਕੇ ਕੱਲ੍ਹ ਜਾਉਣਾ, ਕੱਲ੍ਹ ਆਉਣਾ। ਉਹਨੇ ਫਿਰ ਪਰਤ ਕੇ ਮੇਰੇ ਨਾਲ ਰਾਬਤਾ ਕਰਨਾ ਹੀ ਛੱਡ ਦਿੱਤਾ, ਮੈਨੂੰ ਮਿਲੇ ਹੀ ਨਹੀਂ। ਮੇਰੇ ਨਾਲ ਫਰਾਡ ਹੋ ਗਿਆ। ਮੈਂ ਤੁਸੀਂ ਆਪਣੀ ਵਾਈਫ ਦਾ ਗੁਰਦਾ ਕਢਾਇਆ ਜੀ? ਉਹ ਕਾਹਦੇ ਵਾਸਤੇ ਕਢਾਇਆ? ਉਹਨੇ ਮੈਨੂੰ ਲਾਰਾ ਲਾਇਆ ਸੀ ਕਿ ਮੈਂ ਤੈਨੂੰ ਬਾਹਰ ਲੈ ਜਾਣ ਦਾ। ਮੈਂ ਕਿਹਾ ਬੱਚੇ ਨੂੰ ਕੋਈ ਇੱਥੇ ਵੀ ਮਜ਼ਦੂਰੀ ਨਹੀਂ ਮਿਲਦੀ, ਬੱਚੇ ਭੁੱਖੇ ਰਹਿੰਦੇ ਨੇ, ਕਿ ਇੱਕ 2 ਦਿਨ ਮਿਲਦੇ ਨੇ ਖਾਣ ਲਈ। ਕਦੀ ਮਿਲਦਾ, ਕਦੀ ਨਹੀਂ ਮਿਲਦਾ, ਮਜ਼ਦੂਰੀ ਨਹੀਂ ਮਿਲਦੀ। ਤੇ ਚਲੋ ਬਾਹਰ ਟੁਰ ਗਿਆ ਤਾਂ ਖਬਰ ਕੋਈ ਹਾਲਾਤ ਸਾਡੇ ਘਰ ਦੇ ਠੀਕ ਹੋ ਜਾਣ, ਇਸ ਵਜ੍ਹਾ ਤੋਂ ਗੁਰਦਾ ਕਢਾਇਆ ਹੀ। ਪੈਸੇ ਮਿਲਦੇ ਨਹੀਂ ਸੀ। ਤੇ ਉਹ ਫਿਰ ਜਿਹੜੇ ਮੇਰੇ ਭਾਈ ਜਾਨ ਨੇ, ਜਿਹੜੇ ਤੁਹਾਡੇ ਪੈਸੇ ਜਿਹਨਾਂ ਨੂੰ ਤੁਸੀਂ ਦਿੱਤੇ ਹਨ, ਉਹ ਕਿੱਥੇ ਗਏ? ਜੀ ਕੋਈ ਪਤਾ ਨਹੀਂ, ਸਾਨੂੰ ਮਿਲੇ ਹੀ ਨਹੀਂ। ਸਾਡੇ ਨਾਲ ਫਰਾਡ ਹੋ ਗਿਆ, ਸਾਨੂੰ ਬੰਦਾ ਪਰਤ ਕੇ ਮਿਲੇ ਹੀ ਨਹੀਂ। ਐਡੇ ਅੱਪੜ ਹੁੰਦੇ ਅਸੀਂ ਨਹੀਂ ਕਿ ਉਸ ਬੰਦੇ ਨੇ ਢੂੜੀ ਹੈ ਜਾਂ ਪਿੱਛੇ ਕਿਰਾਇਆ ਭਰੀ ਹੈ ਜਾਂ ਪਤਾ ਕਰੀ ਆਉਂਦਾ। ਸਾਨੂੰ ਮਿਲੇ ਨਹੀਂ ਬੰਦਾ ਕਿ ਕਿੱਧਰ ਗਿਆ ਬੰਦਾ। ਉਹਦੇ ਘਰ ਦੇ ਕੋਲ ਪੁੱਛਿਆ ਸੀ ਤਾਂ ਉਹਨਾਂ ਕਿ ਸਾਨੂੰ ਕੀ ਪਤਾ ਕਿੱਧਰ ਹੈ ਕਿੱਧਰ ਨਹੀਂ ਹੁੰਦਾ। ਪੈਸੇ ਵੀ ਲੈ ਕੇ ਟੁਰ ਗਿਆ, ਗੁਰਦਾ ਵੀ ਬੇਗਮ ਦਾ ਕਢਾ ਬੈਠੇ। ਜੀ ਪੈਸੇ ਵੀ ਲੈ ਕੇ ਟੁਰ ਗਿਆ, ਗੁਰਦਾ ਵੀ ਬੇਗਮ ਦਾ ਕਢਾ ਬੈਠੇ। ਕਿੰਨੀ ਦੇਰ ਹੋ ਗਈ ਹੈ? ਇਹ ਤਕਰੀਬਨ 6 ਮਹੀਨੇ ਪਹਿਲਾਂ ਦੀ ਗੱਲ ਹੈ। 6 ਮਹੀਨੇ ਪਹਿਲਾਂ ਦੀ ਗੱਲ ਹੈ। ਤੁਹਾਨੂੰ ਪਤਾ ਹੈ ਕਿ ਜਿਸਮ ਦਾ ਉਹ ਹਿੱਸਾ ਤੁਸੀਂ ਕਢਾ ਬੈਠੇ ਹੋ ਕਿ ਤੁਹਾਡੀ ਵਾਈਫ ਦੀ ਜਾਨ ਵੀ ਜਾ ਸਕਦੀ। ਬਸ ਮਜਬੂਰੀ, ਬੱਚੇ ਜਦੋਂ ਵੇਖ ਸਕ ਭੁੱਖੇ ਬੈਠੇ ਨਹੀਂ ਵੇਖ ਸਕਦੇ, ਇਸ ਮਜਬੂਰੀ ਤੋਂ ਕੀਤਾ ਹੈ। ਇਹ ਮਕਾਨ ਹੈ ਕਿਰਾਏ ਤੇ, 3 ਮਹੀਨੇ ਦਾ ਕਿਰਾਇਆ, 3000 ਮਹੀਨੇ ਦਾ ਕਿਰਾਇਆ। 3 ਮਹੀਨੇ ਦਾ ਕਿਰਾਇਆ ਸਿਰ ਚੜਿਆ, ਕਦੀ ਮਾਲਕ ਕਹਿੰਦਾ ਖਾਲੀ ਕਰੋ, ਕਦੀ ਇਹਦਾ ਕਿਰਾਇਆ ਦਿਓ। ਬਹੁਤ ਪਰੇਸ਼ਾਨ ਹੈ, ਪਰੇਸ਼ਾਨੀ ਦੇ ਆਲਮ ਨੇ ਸਾਡੇ ਤੇ। जाने कब होंगे कम इस दुनिया के गम, जाने कब होंगे कम इस दुनिया के गम। दोस्तों, ये मेरा भाई वीर इस पाकिस्तान दे विच मजदूरी नहीं सी मिलती पई, तो इन्हें सोचा कि क्यों ना मैं आउट कंट्री बाहर चला जा, उत्थे जाके मैं अपने बच्चों से कोई मुस्तकबिल अच्छा बना ला। तो इस मेरे भाईजान ने अपनी वाइफ का गुरदा कढ़ाया, गुरदा कढ़ा के उस अर्जेंट नूं पैसे दिते। वो अर्जेंट भी पैसे खा गया, धोखा हो गया, फिर घर बह गया। उन्हें क्यों यह सिलसिला किया कि अपने बच्चों से, अपने बच्चों के मुस्तकबिल से। हुण जिस तरह पे दसदा है कि 3 महीने का किराया भी इस मेरे भाईजान के सिर ते भी। ज़ाहिर है अगर ये मेरा भाई, मेरा वीर, अगर इन्हां दे रिश्ते एडे खास होंदे, रिश्तेदार एडे
ਇਹਨਾਂ ਦੇ ਸਕੇ ਹੁੰਦੇ ਕਿ ਇਹਨਾਂ ਨੂੰ ਪੈਸੇ ਨਾ ਦਿੰਦੇ, ਇਹਨਾਂ ਨੂੰ ਫਿਰ ਆਪਣੀ ਵਾਈਫ ਦਾ ਗੁਰਦਾ ਵੇਚਣ ਦੀ ਕੀ ਜ਼ਰੂਰਤ ਸੀ। ਇਸ ਵਜ੍ਹਾ ਤੋਂ ਮੇਰਾ ਸਹਾਰਾ ਬਣੋ ਜਿਹੜਾ ਚੈਨਲ ਹੈ, ਅਕਸਰ ਬੋਲਦਾ ਰਹਿਣਾ, ਕਹਿੰਦਾ ਰਹਿਣਾ ਕਿ ਯਾਰ ਆਪਣੇ ਇਰਦ ਗਿਰਦ ਹਮਸਾਇਆ ਨੂੰ, ਮੁਹੱਲੇ ਵਾਲਿਆਂ ਨੂੰ ਯਾਰ ਲਾਜ਼ਮਨ ਦੇਖਿਆ ਕਰੋ। ਹੁਣ ਤੁਸੀਂ ਇਹ ਦੇਖ ਰਹੇ ਹੋ ਕਿੰਨਾ ਸਲਾਬ ਆ ਗਿਆ, ਇੰਨਾ ਸਾਡੇ ਪਾਕਿਸਤਾਨ ਵਿੱਚ ਪੈਸਾ ਹਰ ਚੀਜ਼ ਹੋਣ ਦੇ ਬਾਵਜੂਦ ਵੀ ਉਹਨਾਂ ਤੱਕ ਪੂਰੀ ਚੀਜ਼ ਨਹੀਂ ਪਹੁੰਚ ਰਹੀ। ਮੈਂ ਕਿਉਂ ਹਰ ਦਫਾ ਕਲਪਨਾ ਕਿਉਂ ਬੋਲਣਾ, ਪੂਰਾ ਪਾਕਿਸਤਾਨ ਉਹਨਾਂ ਸੇ ਚੰਦਾ ਜਮਾ ਕਰ ਰਿਹਾ ਹੈ, ਕੰਬਲ ਖੈਮੇ ਇਹ ਉਹ, ਪਰ ਉਹਨਾਂ ਨੂੰ ਪੂਰੀ ਚੀਜ਼ਾਂ ਪਹੁੰਚਣੀਆਂ ਨਹੀਂ। ਇੱਕ ਦਫਾ ਤੁਸੀਂ ਦਿਖਾ ਦੇਣਾ ਹੈ ਕਿ ਲੋ ਜੀ ਅਸੀਂ ਪਾਣੀ ਚੋਂ ਗੁਜ਼ਰਦੇ ਹਾਂ, ਲੋ ਜੀ ਅਸੀਂ ਇਹ ਕਰਨ ਲੱਗੇ ਹਾਂ, ਅਸੀਂ ਇਹ ਕਰਨ ਲੱਗੇ ਹਾਂ। ਉਹ ਕਦੀ ਜਾ ਕੇ ਦੁਬਾਰਾ ਵੀ ਉਹਨਾਂ ਨੂੰ ਪੁੱਛਿਆ ਜੇ ਕਿ ਉਹਨਾਂ ਦੇ ਕੀ ਹਾਲਾਤ ਸਨ, ਕਿਸ ਤਰ੍ਹਾਂ ਉਹਨਾਂ ਨੇ ਵਕਤ ਜ਼ਾਇਆ, ਆਪਣਾ ਵਕਤ ਉਹਨਾਂ ਦਾ ਜਿਹੜਾ ਬਰਬਾਦ ਹੋਇਆ। ਇਹ ਹੁਣ ਪਾਣੀ ਆ ਗਿਆ, ਕਾਰੋਬਾਰ ਉਹਨਾਂ ਦਾ ਖਰਾਬ ਹੋ ਗਿਆ, ਛੋਟੇ ਛੋਟੇ ਬੱਚੇ ਜਿਹੜੇ ਨੇ ਭੁੱਖੇ ਰਹਿ ਗਏ। ਪੂਰਾ ਪਾਕਿਸਤਾਨ ਉਹਨਾਂ ਸੇ ਕਰ ਰਿਹਾ ਇਸ ਟਾਈਮ। ਇੱਕ ਦਫਾ ਜਾਏਗਾ, ਜਾ ਕੇ ਵਹਾ ਦੇਗਾ, ਵੀਡੀਓ ਬਣਾ ਲੇਗਾ, ਵਿਊ ਲੈ ਲੇਗਾ, ਚੰਦਾ ਵੀ ਲੈ ਲੇਗਾ, ਸਾਰਾ ਕੁਝ ਕਰ ਲੈਂਦੇ। ਪਰ ਦੁਬਾਰਾ ਕਿਸੇ ਨੇ ਜਾ ਕੇ ਉਹਨੂੰ ਪੁੱਛਣਾ ਹੈ, ਇਹ ਤੁਸੀਂ 5 ਦਿਨਾਂ ਬਾਅਦ ਤੁਸੀਂ ਦੇਖ ਲਿਆ ਜੇ ਤੇ ਅਸਾਂ ਲੋਕਾਂ ਨੇ ਭੁੱਲ ਜਾਣਾ ਹੈ ਕਿ ਕਿਹੜੇ ਮੁਲਕ ਵਿੱਚ ਸਲਾਬ ਆਇਆ ਸੀ, ਕੀ ਹੋਇਆ ਸੀ, ਕੁਛ ਵੀ ਨਾ। ਐਂਡ ਵੀ ਵਹਾਣਾ ਚਾਹੀਦਾ ਸਾਨੂੰ ਕਿ ਲੋ ਜੀ ਅਸੀਂ ਇਸ ਫੈਮਿਲੀ ਐਸੇ ਕੀਤਾ ਸੀ, ਐਂਡ ਤੱਕ ਇਹਨਾਂ ਦੇ ਨਾਲ ਖਲੋਤੇ ਰਹੇ। ਸਹਾਰਾ ਬਣੋ ਮੇਰਾ ਜਿਹੜਾ ਚੈਨਲ ਹੈ, ਮੈਂ ਇੱਕ ਦਫਾ ਦਿਖਾਣਾ ਵਾ, ਦੂਸਰਾ ਵੀ ਉਹਨਾਂ ਦਾ ਵਿਊ ਦਿਖਾਣਾ ਵਾ ਕਿ ਲੋ ਜੀ ਇਹ ਭਾਈਜਾਨ ਦੀ ਵੀਡੀਓ ਬਣਾਈ ਸੀ, ਇਹ ਹੱਕਦਾਰ ਸਨ, ਲੋ ਜੀ ਇਹਨਾਂ ਨੂੰ ਦੁਬਾਰਾ ਵੀ ਕੰਮ ਕਰਕੇ ਇਹਨਾਂ ਨੂੰ ਪੈਰਾਂ ਤੇ ਸਟੈਂਡ ਕੀਤਾ ਗਿਆ। ਤੇ ਇਹ ਭਾਈਜਾਨ ਨੇ ਜ਼ਫਰ ਸਾਹਿਬ ਨੇ ਤੁਹਾਨੂੰ ਆਪਣੀ ਗੱਲ ਸੁਣਾਈ ਕਿ ਇਹ ਮਾਮਲਾ ਬਣਿਆ, ਇਹ ਤਦ ਵੀਡੀਓ ਦੇ ਸਾਹਮਣੇ ਆਏ। ਘਰ ਦੇ ਇਹ ਹਾਲਾਤ ਨੇ, ਤੁਸੀਂ ਇਹ ਦੇਖ ਸਕਦੇ ਹੋ ਜੋ ਹਾਲਾਤ ਨੇ, ਇਹ ਤੁਸੀਂ ਦੇਖ ਲਓ। ਇੱਕ ਹੀ ਕਮਰਾ ਹੈ, ਇੱਕ ਕਮਰੇ ਦਾ ਕਿੰਨਾ ਕਿਰਾਇਆ ਤੁਹਾਡਾ? 3000 ਰੁਪਏ ਕਿਰਾਇਆ ਜੀ। 3000 ਰੁਪਇਆ ਕਿਰਾਇਆ ਇਹਨਾਂ ਦਾ। ਤੇ ਜ਼ਾਹਰ ਹੈ ਇੱਕ ਗਰੀਬ ਆਦਮੀ ਉਹ ਕਿੱਥੋਂ ਦੇ ਸਕਦਾ ਹੈ। ਤੇ ਜ਼ਫਰ ਸਾਹਿਬ ਤੁਸੀਂ ਕੀ ਕੰਮ ਕਰਦੇ ਹੋ ਵੈਸੇ? ਮਜ਼ਦੂਰੀ ਕਰਦਾ ਸਾਂ, ਮਜ਼ਦੂਰ ਚੌਕ ਹੀ ਟੁਰ ਜਾਣਾ, ਕਦੇ ਦਿਹਾੜੀ ਮਿਲਣੀ, ਕਦੀ ਉਹਨਾਂ ਆਖਣਾ ਰੇਤ ਨਹੀਂ ਹੈ, ਕਦੀ ਉਹਨਾਂ ਆਖਣਾ ਬਜਰੀ ਨਹੀਂ, ਕਦੀ ਉਹਨਾਂ ਆਖਣਾ ਬਾਰਿਸ਼ ਆ ਗਈ ਹੈ, ਟੁਰ ਜਾਓ, ਕੰਮ ਲੱਭਦੇ ਨਹੀਂ। ਇੱਕ ਦਿਹਾੜਾ ਲੱਗਦੀ ਹੈ, 5-5 7-7 ਦਿਨ ਘਰ ਬੈਠਾ ਰਹੀਦਾ ਹੈ, ਕਦੀ ਸਬਜ਼ੀ ਕੋ ਲੈ ਵੀ ਦੀ, ਕਦੀ ਨਹੀਂ ਲਿਆਈ ਦੀ। ਇਸ ਤਰ੍ਹਾਂ ਦੇ ਹਾਲਾਤ ਨੇ। ਸੋਚ ਆਂਦੀ ਹੈ ਆਪਣੇ ਬੱਚਿਆਂ ਸੇ, ਸੋਚ ਆਂਦੀ ਹੈ ਜੀ, ਆ ਸੋਚ ਆਂਦੀ ਹੈ ਕਿਸੇ ਦੇ ਬੱਚਿਆਂ ਨੂੰ ਵੇਖ ਕੇ, ਫਿਰ ਸੋਚ ਆਂਦੀ ਹੈ ਮਾਂ ਪਿਓ ਨੂੰ ਤੇ ਖਾਸ ਕਰਕੇ ਆਂਦੀ ਹੈ ਕਿ ਮੇਰੇ ਬੱਚੇ ਅੱਛੇ ਪਾਣ, ਅੱਛਾ ਖਾਣ ਔਰ ਅੱਛੀ ਤਾਲੀਮ ਹਾਸਲ ਕਰਨ। ਸੋਚ ਆਂਦੀ ਹੈ ਕਿ ਨਹੀਂ? ਬਿਲਕੁਲ ਆਂਦੀ ਹੈ, ਬਿਲਕੁਲ ਆਂਦੀ ਹੈ। ਪਿਓ ਨੂੰ ਖਾਸ ਕਰਕੇ ਇਸ ਚੀਜ਼ ਦਾ ਬੜਾ ਫਿਕਰ ਹੁੰਦਾ ਹੈ, ਆਪਣੀ ਔਲਾਦ ਦਾ ਬਹੁਤ ਜ਼ਿਆਦਾ ਫਿਕਰ ਹੁੰਦਾ ਹੈ, ਆਪਣੀ ਔਲਾਦ ਦੇ ਬਾਰੇ ਬਹੁਤ ਜ਼ਿਆਦਾ ਜਿਹੜਾ ਪਿਓ ਵੇ ਖਾਸ ਕਰਕੇ ਆਪਣੀ ਔਲਾਦ ਦੇ ਬਾਰੇ ਬਹੁਤ ਜ਼ਿਆਦਾ ਸੋਚਦਾ ਹੈ ਕਿ ਮੇਰੀ ਔਲਾਦ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ, ਮੇਰੀ ਔਲਾਦ ਭੁੱਖੀ ਨਾ ਰਾਤ ਨੂੰ ਸੋਵੇ। ਬਾਹਰ ਦੇ ਵੇਖਣ ਵਾਲੇ ਬੜੇ ਮੇਰੇ ਦੋਸਤ ਵੀਰ ਮੈਨੂੰ ਦੇਖਦੇ ਨੇ, ਆਊਟ ਕੰਟਰੀ ਦੇ ਜਿਹੜੇ ਨੇ, ਉਹ ਜਦੋਜਹਿਦ ਕਰ ਰਹੇ ਨੇ। ਕਾਹਦੇ ਵਾਸਤੇ ਕਰ ਰਹੇ ਨੇ? ਆਪਣੇ ਬੱਚਿਆਂ ਵਾਸਤੇ ਕਰ ਰਹੇ ਨੇ ਨਾ। ਉਹ ਆਪਣੇ ਵਾਸਤੇ ਤੇ 2 ਰੋਟੀਆਂ ਵੀ ਉਹਨਾਂ ਨੇ ਖਾ ਕੇ ਸੋ ਜਾਣਾ। ਹਰ ਮਾਪਿਓ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਔਲਾਦ ਬਹੁਤ ਅੱਛਾ ਖਾਏ, ਬਹੁਤ ਅੱਛਾ ਪਹਿਨੇ ਤੇ ਤਾਲੀਮ ਅੱਛੀ ਹਾਸਲ ਕਰੇ। ਇੱਕ ਗਰੀਬ ਬੰਦਾ ਉਹ ਇਸ ਚੀਜ਼ਾਂ ਤੋਂ ਮਹਿਰੂਮ ਹੋ ਜਾਂਦਾ ਹੈ। ਜਦੋਂ ਕੰਮ ਲੱਭਣਾ ਨਹੀਂ, ਰੋਟੀ ਪੂਰੀ ਨਹੀਂ ਘਰ ਦੀ ਹੋਣੀ, ਕਿਰਾਇਆ ਪੂਰਾ ਨਹੀਂ ਹੋਣਾ, ਉਹ ਕੀ ਕਰੇ ਫਿਰ? ਉਹ ਦਰ ਬਦਰ ਫਿਰਨਾ ਉਹਨੇ। ਜਿਸ ਤਰ੍ਹਾਂ ਕਿ ਮੇਰੇ ਭਾਈ ਜ਼ਫਰ ਨੇ ਦੱਸਿਆ ਕਿ ਆਪਣੀ ਵਾਈਫ ਦਾ ਗੁਰਦਾ ਉਹਨਾਂ ਨੇ ਕਢਾ ਲਿਆ। ਉਹ ਕਾਹਦੇ ਐਸੇ ਕਢਾਇਆ ਕਿ ਚਲੋ ਮੇਰੇ ਘਰ ਦੇ ਹਾਲਾਤ ਠੀਕ ਹੋ ਜਾਂਦੇ, ਮੇਰਾ ਮੁਸਤਕਬਲ ਠੀਕ ਹੋ ਜਾਏਗਾ, ਮੇਰੇ ਆਉਣ ਵਾਲੇ ਜਿਹੜੇ ਮੇਰੀ ਜਿਹੜੀ ਨਸਲ ਹੈ ਇਹਨਾਂ ਦੇ ਅੱਗੋਂ ਬੱਚਿਆਂ ਦਾ ਮੁਸਤਕਬਲ ਅੱਛਾ ਹੋ ਜਾਏਗਾ। ਹਰ ਪਿਓ ਦੀ ਇਹ ਕੋਸ਼ਿਸ਼ ਹੁੰਦੀ ਹੈ ਆਪਣੀ ਔਲਾਦ ਆਸੇ। ਤੇ ਭਾਈ ਜ਼ਫਰ ਤੂੰ ਮੇਰਾ ਵੀਰ ਹੈ, ਮੇਰਾ ਤੂੰ ਭਾਈ ਹੈ, ਮੈਂ ਤੁਹਾਡੇ ਬੱਚਿਆਂ ਸੇ ਕੀ ਕਰ ਸਕਣਾ? ਸਾਡੇ ਕੋਈ ਇਮਦਾਦ ਕਰ ਦਿਓ, ਸਾਨੂੰ ਕਾਰੋਬਾਰ ਛੋਟਾ ਮੋਟਾ ਬਣਾ ਦਿਓ ਤਾਂ ਕਿ ਅਸੀਂ ਆਪਣੇ ਬੱਚਿਆਂ ਰੋਟੀ ਤੇ ਕਮਾ ਖਵਾ ਸਕੀਏ। ਕਾਰੋਬਾਰ ਤੁਹਾਨੂੰ ਬਣਾ ਦਿੱਤਾ ਜਾਏ। ਮੈਂ ਜ਼ਿਆਦਾਤਰ ਜਿਹੜਾ ਨਾ ਮੈਂ ਠੇਲੇ ਦੇ ਉੱਤੇ ਕਾਰੋਬਾਰ ਕਰਾ ਕੇ ਦੇਣਾ ਵਾ, ਸਬਜ਼ੀ ਦਾ, ਫਰੂਟ ਦਾ, ਜਾਂ ਕੋਈ ਛੋਟਾ ਮੋਟਾ ਕਾਰੋਬਾਰ ਮੈਂ ਜਿਹੜਾ ਨਾ ਲਗਾ ਕੇ ਦੇਣਾ ਵਾ। ਉਹ ਕਾਹਦੇ ਵਾਸਤੇ ਲਗਾ ਕੇ ਦੇਣਾ ਵਾ ਕਿ ਜੋ ਰੋਜ਼ ਦੀ ਘਰ ਦੇ ਵਿੱਚ ਕੋਈ ਸਰਕਟ ਚੱਲਦਾ ਰਵੇ। ਤੇ ਅਗਰ ਤੁਹਾਨੂੰ ਮੈਂ ਠੇਲੇ ਦੇ ਉੱਤੇ, ਰੇਹੜੀ ਦੇ ਉੱਤੇ ਕੋਈ ਕਾਰੋਬਾਰ ਬਣਾ ਕੇ ਦੇਵਾਂ, ਤੁਸੀਂ ਕਰ ਲਵੋਗੇ? ਕਰ ਲਵਾਂਗੇ। ਜ਼ਾਇਆ ਤੇ ਨਹੀਂ ਕਰੋਗੇ? ਨਹੀਂ ਨਹੀਂ, ਜ਼ਾਇਆ ਕਿਉਂ ਕਰਨਾ? ਸਾਡੇ ਹਾਲਾਤ ਜਿਹੜੇ ਨੇ, ਜ਼ਾਇਆ ਕਿਉਂ ਕਰਨਾ? ਜਦੋਂ ਸਾਡੇ ਹਾਲਾਤ ਇਸ ਤਰ੍ਹਾਂ ਦੇ, ਜ਼ਾਇਆ ਕਿਉਂ ਕਰਨਾ? ਅਸਾਂ ਜ਼ਾਇਆ ਕਿਉਂ ਕਰਨਾ ਹੈ? ਜੀ अस्सलाम वालेकुम जी। वालेकुम
मेरी भैन तुसां अपने बच्चें आस्ते अपने जिस्म का एक हिस्सा जिहड़ा है वो तुसां सेल कर दिता, हाँ जी तुसां गुर्दा दिता सी। जी। काहदे आस्ते दिता सी? ਇੱਥੇ ਮਜ਼ਦੂਰੀ ਕੋਈ ਨਹੀਂ, ਕਾਲੇ ਯਰਕਾਨ ਦੇ ਮਰੀਜ਼ ਨੇ ਤੇ ਵੱਡਾ ਕੰਮ ਹੁੰਦਾ ਕੋਈ ਨਾ ਆ। ਤੇ ਕੋਈ ਬੰਦਾ ਆਇਆ ਸਾਡੇ ਘਰ, ਆਂਦਾ ਵੀ ਤੂੰ ਮੇਰੀ ਭੈਣ ਹੈ ਤੇ ਮੇਰਾ ਭਾਈ ਹੈ ਤੇ ਤੁਸੀਂ ਇੰਨੇ ਪੈਸੇ ਇਕੱਠੇ ਕਰੋ, ਕੁਝ ਮੈਂ ਕੋਲੋਂ ਪਾ ਲਾਂਦਾ ਤੇ ਤੁਹਾਡੇ ਵਾਸਤੇ ਇਹਦਾ ਕੋਈ ਬਾਹਰ ਜਾਣ ਦਾ ਬੰਦੋਬਸਤ ਬਣਾਉਣਾ। ਅਸੀਂ ਕੁਝ ਪੈਸੇ ਅੱਗੋਂ ਪਿੱਛੋਂ ਉਧਾਰ ਵੀ ਫੜ ਲਿਆ, ਗੁਰਦਾ ਕਢਾਇਆ ਆਪਣਾ, ਉਹ ਵੀ ਨਾਲ ਇਕੱਠੇ ਕੀਤੇ ਤੇ ਜੋੜ ਜਮਾ ਕਰਕੇ ਉਹ ਅਸੀਂ ਦਿੱਤੇ ਪੈਸੇ। ਤੇ ਉਹ ਬੰਦਾ ਇੱਕ ਦੋ ਵਾਰੀ ਸਾਨੂੰ ਰਾਬਤਾ ਹੋਇਆ, ਉਦੋਂ ਬਾਅਦ ਜਦੋਂ ਪੈਸੇ ਲੈ ਫਿਰ ਸਾਨੂੰ ਮੁੜ ਕੇ ਲੱਭੇ ਹੀ ਨਹੀਂ ਨਾ। ਉਹਨੇ ਆਪਣੇ ਨੰਬਰ ਸ਼ੰਬਰ ਵੀ ਬੰਦ ਕਰ ਦਿੱਤੇ। ਜਿੱਥੇ ਉਹਨੇ ਐਡਰੈਸ ਦਿੱਤਾ ਹੋਇਆ ਸੀ ਉਹ ਕਿਸੇ ਨੂੰ ਜਾ ਕੇ ਪੁੱਛਿਆ, ਕਹਿੰਦੇ ਨੇ ਇਹ ਤੇ ਇੱਥੇ ਕਿਰਾਏਦਾਰ ਰਹਿੰਦੇ ਸੀ, ਉਹ ਕਦੋਂ ਦੇ ਟੁਰ ਗਏ। ਤੇ ਫਿਰ ਇਹ ਗੁਰਦੇ ਦੀ ਵਜ੍ਹਾ ਤੋਂ ਜਿਸਮ ਭਾਰਾ ਹੋ ਗਿਆ, ਪਰੋਲੀਆਂ ਨਾਲ ਮਾਰਨ ਹੁੰਦੀਆਂ, ਫਿਰ ਕੰਮ ਹੀ ਅਗਲੀਆਂ ਨਹੀਂ ਕਰਾਉਂਦੀਆਂ ਏ। ਤੇ ਛੋਟਾ ਮੋਟਾ ਕੰਮ ਜਿਹੜਾ ਲੱਭ ਜਾਣਾ ਉਹ ਕਿਸੇ ਕਰਾ ਲੈਣਾ, ਕਿਸੇ ਆਖਣਾ ਤੇਰੇ ਕੋਲ ਨਹੀਂ ਹੁੰਦਾ ਤੇ ਤੂੰ ਆਪ ਮਸਲਨ ਤੁਸੀਂ ਆਪਣੇ ਬੰਦੇ ਦੇ ਨਾਲ ਵੀ, ਸ਼ੋਹਰ ਦੇ ਨਾਲ ਵੀ ਕੰਮ ਮਸਾ ਹੱਥ ਵਟਾਉਂਦੇ ਸੋ, ਹਾਂਜੀ ਇਹ ਗੁਰਦਾ ਜਾਣ ਦੀ ਵਜ੍ਹਾ ਤੋਂ ਹਾਂਜੀ ਤੇ ਤੁਸੀਂ ਵੀ ਘਰ ਬਹਿ ਗਏ। ਜੀ ਮੈਂ ਵੀ ਘਰ ਬਹਿ ਗਈ। ਫਿਰ ਹੁਣ ਕੋਈ ਥੋੜਾ ਬਾਰਾ ਕਿਸੇ ਕੱਪੜੇ ਧਵਾਣੇ ਹੁਣ ਜਾਨੀ ਆ, ਕੋਈ 200 ਦੇ ਛੱਡਦੀ, ਕੋਈ 150 ਦੇ ਛੱਡਦੀ ਹੈ। ਉਹਦੇ ਨਾਲ ਫਿਰ ਕੀ ਲਿਆਉਣਾ, ਇੱਕ ਹਾਂਡੀ ਦੇ ਜੋਗੀ ਵੀ ਨਹੀਂ ਬਣਦੀ ਸਬਜ਼ੀ। 200 ਤੁਹਾਨੂੰ ਪਤਾ ਹੈ ਕਿ ਇਸ ਟਾਈਮ ਜਿਹੜਾ ਨਾ ਘਰ ਦੇ ਵਿੱਚ ਕਮ ਸੋ ਕਮ 500 ਰੁਪਈਆ ਹੋਵੇ ਤੇ ਹਾਂਡੀ ਇੱਕ ਟਾਈਮ ਦੀ ਪੱਕ। ਹਾਂਜੀ ਬਿਲਕੁਲ ਇੰਜੀ ਗੱਲ ਹੈ। ਜੀ ਬਿਲਕੁਲ। ਘਿਓ ਕਿੱਡਾ ਮਹਿੰਗਾ ਹੋ ਗਿਆ, ਪਿਆਜ਼ ਤੁਸੀਂ ਦੇਖ ਲਓ ਕਿੱਥੇ ਰੇਟ ਟੁਰ ਗਿਆ ਇਸ ਟਾਈਮ। ਉਸ ਤੋਂ ਬਾਅਦ ਜ਼ਾਹਰ ਹੈ ਮਸਾਲੇ ਸਾਰੇ ਪੈਣੇ ਨੇ ਤੇ ਸਬਜ਼ੀ ਪੱਕਣੀ ਹੈ। ਜੀ ਜੀ। ਤੇ ਮੇਰੀ ਭੈਣ, ਅਗਰ ਮੈਂ ਤੁਹਾਡੇ ਸ਼ੋਹਰ ਨੂੰ ਕਾਰੋਬਾਰ ਲਗਾ ਕੇ ਦੇਣਾ, ਜ਼ਾਇਆ ਤੇ ਨਹੀਂ ਕਰਨ ਦੇ? ਨਾ ਮੇਰਾ ਵੀਰ ਜ਼ਾਇਆ, ਅਸੀਂ ਸ਼ੁਕਰ ਕਰਦੇ ਹਾਂ ਸਾਡੇ ਕੋਈ ਇੰਨੀ ਬਣਾ ਦੇਵੇ, ਸਾਡੇ ਤੋੜੇ ਬੱਚੇ ਰੋਟੀ ਖਾਂਦੇ ਰਹਿਣ, ਰੋਟੀ ਖਾਂਦੇ ਰਹੇ। ਹਾਂਜੀ। ਦਰਦ ਵਿਛੋੜੇ ਦਾ ਹਾਲ ਨੀ ਮਾਏ ਨੀ ਮੈਂ ਕਿਨੂੰ ਆਖਾਂ ਦੁੱਖਾਂ ਦੀ ਸੂਲਾਂ ਦਾ ਸਾਲਨ ਆਹ ਦਾ ਬਾਲਨ ਬਾਲਨੀ ਮਾਏ ਨੀ ਮੈਂ ਕਿਨੂੰ ਆਖਾਂ। ਦੋਸਤੋ, ਇੱਕ ਗਰੀਬ ਦੀ ਕਹਾਣੀ ਹੈ। ਕੋਈ ਉਹਨਾਂ ਨੇ ਮਹਾਲ ਨਹੀਂ ਮੰਗਿਆ ਮੇਰੇ ਕੋਲ, ਕੋਈ ਮੇਰੇ ਕੋਲੋਂ ਇਹਨਾਂ ਨੇ ਕੋਈ ਕੀਮਤੀ ਐਸੀ ਚੀਜ਼ ਨਹੀਂ ਮੰਗੀ। ਉਹਨਾਂ ਨੇ ਕਿਹਾ ਜੀ ਕੋਈ ਐਸਾ ਰੋਜ਼ਗਾਰ ਹੋ ਜਾਵੇ ਕਿ ਮੇਰੇ ਸਾਡੇ ਘਰ ਦੇ ਵਿੱਚ ਸਾਡੇ ਬੱਚਿਆਂ ਦਾ ਰਿਜ਼ਕ ਚੱਲ ਪਵੇ। ਮੈਂ ਇੰਜ ਦੀਆਂ ਫੈਮਲੀਆਂ ਕਿਉਂ ਸਾਹਮਣੇ ਲੈ ਕੇ ਆਉਣਾ ਵਾਂ? ਮੇਰੀ ਕੋਸ਼ਿਸ਼ ਹੈ ਕਿਉਂਕਿ ਮੇਰੀ ਆਵਾਜ਼ ਹੈ ਰੋਜ਼ਗਾਰ ਦੀ, ਮੇਰੇ ਕੋਈ ਲੰਗਰ ਖਾਨਿਆਂ ਦੀ ਨਹੀਂ ਕਿ ਮੈਂ ਲੰਗਰ ਖਾਨਾ ਪਾਣ ਲਗਾ ਕਿ ਰੋਟੀ ਆਸੇ ਮੈਂ ਇਹਨਾਂ ਨੂੰ ਲੈਣਾ ਚ ਲੱਗ ਕੇ ਇਹਨਾਂ ਨੂੰ ਲੈਣਾ ਚ ਲਵਾਵਾਂਗਾ ਤੇ ਨਾਲ ਇਹਨਾਂ ਦੀ ਥੋੜੀ ਥੋੜੀ ਤਸਵੀਰਾਂ ਬਣਾਵਾਂਗਾ, ਲੋ ਜੀ ਮੇਰਾ ਲੰਗਰ ਖਾਨਾ ਚੱਲ ਰਿਹਾ। ਮੈਨੂੰ ਪਬਲਿਕਸਿਟੀਆਂ ਦੀ ਵੀ ਨਾ ਜ਼ਰੂਰਤ ਹੈ, ਨਾ ਮੈਨੂੰ ਕੋਈ ਸ਼ਾਬਾਸ਼ ਲੈਣ ਦੀ ਜ਼ਰੂਰਤ ਹੈ। ਅੱਲਾ ਦੀ ਰਜ਼ਾ ਸੇ ਕੰਮ ਕਰ ਰਹੇ ਹਾਂ, ਸੋਨੇ ਰੱਬ ਦੀ ਰਜ਼ਾ ਸੇ ਇਹਨਾਂ ਫੈਮਲੀਆਂ ਦੇ ਨਾਲ ਖਲੋਤਾ ਵਾਂ। ਮੇਰੀ ਕੋਸ਼ਿਸ਼ ਹੈ ਕਿ ਇਹ ਲੋਕ ਸਟੈਂਡ ਹੋਈਆਂ ਨੇ, ਇਹਨਾਂ ਨੂੰ ਕਿਸੇ ਕੋਲ ਮੰਗਣ ਦੀ ਜ਼ਰੂਰਤ ਨਾ ਪਵੇ। ਇਹ ਵੀਡੀਓ ਦੇ ਸਾਹਮਣੇ ਕਿਦੋਂ ਆਉਂਦੇ ਨੇ? ਤੁਹਾਡੇ ਕਿਸੇ ਰਿਸ਼ਤੇਦਾਰ ਨੇ ਮਦਦ ਕੀਤੀ ਤੁਹਾਡੀ? ਕੋਈ ਨਹੀਂ ਕੀਤੀ ਕਿਸੇ ਵੀ। ਪੁੱਛਿਆ ਵੀ ਨਹੀਂ ਕਦੇ ਕੋਈ ਆਇਆ, ਬੱਚਿਆਂ ਨੂੰ ਛੜਾਇਆ ਮਦਰਸੋਂ, ਕਿਸੇ ਨੇ ਪੁੱਛਿਆ ਵੀ ਨਹੀਂ। ਬੱਚਿਆਂ ਦੀ ਮਦਰਸੇ ਦੀ ਤਾਲੀਮ ਵੀ ਖਤਮ ਹੋ ਗਈ। ਹਾਂਜੀ ਖਤਮ ਹੋ ਗਈ। ਕੁੜੀ ਨੇ 5 ਪੜ੍ਹੀਆਂ ਨੇ ਤੇ ਉਦੋਂ ਅੱਗੇ ਬਸ ਨਹੀਂ ਪੜ੍ਹਨ ਹੋਇਆ, ਨਹੀਂ ਪੜ੍ਹਨ ਪਾਏ। ਜਿਹੜੇ ਪੈਸੇ ਗਏ ਉਹ ਵੀ ਗਏ, ਆਪਣਾ ਵੀ ਕੁਝ ਨਾ ਰਿਹਾ, ਗੁਰਦਾ ਕਢਾਇਆ। अस्सलाम वालेकुम। ਵਾਲੇਕੁਮ ਸਲਾਮ। मेरी भैन तुसी क्यों रो रहे हो? बच्चियां दी
ਤਲੀਮ ਵੀ ਖਤਮ ਹੋ ਗਈ, ਬੱਚਿਆਂ ਤਲੀਮ ਤੋਂ ਵੀ ਫਾਰਗ ਹੋ ਗਏ। ਕਿਸੇ ਮਾਪਿਓ ਦਾ ਦਿਲ ਕਰਦਾ ਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਨਾ ਪੜ੍ਹਾਈਏ। ਅਗਰ ਇਸ ਮੇਰੇ ਭਾਈਜਾਨ ਦੀ, ਜ਼ਫਰ ਸਾਹਿਬ ਦੀ ਕੋਈ ਵੀਡੀਓ ਨੂੰ ਦੇਖ ਰਿਹਾ ਹੈ, ਦੇਖ ਕੇ ਅੱਗੇ ਸ਼ੇਅਰ ਕਰਦੇ ਆ ਜੇ। ਤੁਹਾਡੇ ਸ਼ੇਅਰ ਕਰਨ ਨਾਲ ਇਹਨਾਂ ਦੇ ਘਰ ਦਾ ਨਿਜ਼ਾਮ ਅੱਛਾ ਹੋ ਜਾਏਗਾ, ਸਰਕਟ ਚੱਲ ਜਾਏਗਾ। ਤੇ ਬੜੇ ਬੜੇ ਮੇਰੇ ਅੱਛੇ ਦੋਸਤ ਨੇ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ। ਤੇ ਜ਼ਫਰ ਭਾਈ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਜਦੋਂ ਮੈਂ ਵੀਡੀਓ ਅਪਲੋਡ ਕਰਾਂਗਾ ਨਾ ਕੋਈ ਮੇਰਾ ਭਾਈ ਦੋਸਤ ਤੁਹਾਨੂੰ ਇਨਸ਼ਾਅੱਲਾ ਕਾਰੋਬਾਰ ਜ਼ਰੂਰ ਲੱਗੇਗਾ ਤੁਹਾਡਾ। ਇਹ ਕੁਝ ਪੈਸੇ ਨੇ, ਬਿਸਮਿਲ੍ਲਾ ਕਰੋ। ਇਹ ਸਾਡੇ ਇੱਕ ਭਾਈ ਨੇ, ਸਾਡੇ ਇੱਕ ਵੀਰ ਨੇ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਪਹੁੰਚਦੇ ਨੇ। ਤੇ ਜਿਸ ਮੇਰੇ ਵੀਰ ਨੇ, ਭਾਈ ਨੇ ਤੁਹਾਡੇ ਸੇ ਪੈਸੇ ਭੇਜੇ ਨੇ, ਉਹਨਾਂ ਸੇ ਦੁਆ ਜ਼ਰੂਰ ਕਰਿਆ ਜੀ। इंशाल्लाह अल्लाह ताला उन्होंने बहुत दे, अल्लाह ताला उन्होंने जन्नत अल फिरदौस इंशाल्लाह मकाम बता फरमाए। मैं तो अल्लाह ताला उन्होंने सारिया साड़ियाँ दुआवां दे के ਜਿਹੜੇ ਸਾਡੇ ਬੱਚਿਆਂ ਦੀ ਰੋਟੀ ਦਾ ਵਸੀਲਾ ਬਣ ਰਹੇ ਨੇ ਜੀ। ਇਨਸ਼ਾਅੱਲਾ ਜੀ, ਇਨਸ਼ਾਅੱਲਾ ਬਸ ਉਹਨਾਂ ਸੇ ਦੁਆ ਕਰਿਆ ਜੀ। ਤੇ ਮੇਰੀ ਭੈਣ ਹੈ, ਇਨਸ਼ਾਅੱਲਾ ਤੂੰ ਪੜ੍ਹੇਂਗੀ ਦੁਬਾਰਾ ਤੋਂ। ਇਨਸ਼ਾਅੱਲਾ ਮੈਂ ਜਦੋਂ ਵੀ ਵੀਡੀਓ ਅਪਲੋਡ ਕਰਾਂਗਾ ਤੇ ਇਨਸ਼ਾਅੱਲਾ ਮੇਰੇ ਦੇਖਣ ਵਾਲੇ ਜਿੰਨੇ ਵੀਰ ਨੇ, ਭਾਈ ਨੇ, ਤੁਸੀਂ ਮਾਪਿਆਂ ਨੂੰ ਨਾ ਦੇਖੋ, ਤੁਸੀਂ ਇਹਨਾਂ ਬੱਚਿਆਂ ਨੂੰ ਦੇਖ ਲਓ। ਚਲੋ ਮਾਪਿਓ ਨੇ ਤੇ ਆਪਣੀ ਜ਼ਿੰਦਗੀ ਗੁਜ਼ਾਰ ਲਈ, ਜਿਵੇਂ ਵੀ ਗੁਜ਼ਾਰਨੀ ਸੀ ਉਹਨਾਂ ਗੁਜ਼ਾਰ ਲਈ। ਅੱਗੋਂ ਇਹਨਾਂ ਬੱਚਿਆਂ ਦਾ ਫਿਊਚਰ ਹੈ, ਇਹਨਾਂ ਦੇ ਬੱਚਿਆਂ ਆਸੇ। ਤੇ ਇਹ ਬੱਚਾ ਵੀ ਜਾਂਦਾ ਜੇ ਸਕੂਲ? ਇਹ ਜਾਂਦਾ, ਇਹ ਥੋੜਾ ਜ਼ਿਹਨ ਤਵਾਜ਼ੋ ਵੀ ਠੀਕ ਨਹੀਂ ਹੈ। ਦੂਜਾ ਦਮੇ ਦਾ ਮਰੀਜ਼ ਹੈ। ਇਹ ਦਮੇ ਦਾ ਮਰੀਜ਼ ਹੈ? ਹਾਂਜੀ। ਤੇ ਇਲਾਜ ਨਹੀਂ ਕਰਵਾਇਆ? ਇਲਾਜ ਗਵਰਨਮੈਂਟ ਕਰਾਉਂਦੇ ਰਹੇ ਆ ਸਰਕਾਰੀ ਹਸਪੀਟਲ ਵਿੱਚੋਂ। ਫਿਰ ਕਦੀ ਸਹੀ ਦਵਾਈ ਮਿਲ ਜਾਂਦੀ, ਕਦੀ ਨਹੀਂ ਮਿਲਦੀ। ਕਦੀ ਪੈਸੇ ਨਹੀਂ ਮਿਲਦੇ ਦਵਾਈ ਵਾਸਤੇ। ਜਦੋਂ ਦਿਹਾੜੀ ਕੋਈ ਲੱਗਦੀ, ਕੋਈ 100-200 ਦੀ ਦਵਾਈ ਲੈ ਦੀ, ਦਿਹਾੜ 2 ਦੀ, ਫਿਰ ਬਿਮਾਰ ਹੋ ਜਾਂਦਾ। ਇੱਕ ਦਿਨ ਲਿਆਂਦੀ ਤੇ ਇੱਕ ਦਿਨ ਨਹੀਂ ਲਿਆਂਦੀ। ਹੁਣ ਵੀ 4 ਦਿਨ ਹੋ ਗਏ, ਠੀਕ ਨਹੀਂ ਹੈ। 4 ਦਿਨਾਂ ਤੋਂ ਠੀਕ? ਹਾਂਜੀ, ਇੱਕ ਵਾਰੀ ਦਵਾਈ ਲਿਆਂਦੀ ਹੈ ਬਸ। दोस्तों इस फैमिली की मदद ज़रूर की जाए। अल्लाह सोने की रज़ा से। पाकिस्तान जिंदाबाद।